सत श्री अकाल बेटा जी। इस वीडियो 'ਚ ਅਸੀਂ ਡਿਸਕਸ ਕਰਨਾ ਹੈ ਰਿਫਰੈਕਸ਼ਨ ਥਰੂ ਪ੍ਰਿਜ਼ਮ। ਪ੍ਰਿਜ਼ਮ ਦੀ ਅਗਰ ਸ਼ੇਪ ਦੇਖੀਏ ਤਾਂ ਇੱਕ ਟ੍ਰਾਇੰਗੂਲਰ ਸ਼ੇਪਡ ਗਲਾਸ ਸਲੈਬ ਹੈ ਜਿੱਦਾਂ ਸਾਡੀ ਨਾਰਮਲ ਰੈਕਟੈਂਗੂਲਰ ਗਲਾਸ ਸਲੈਬ ਸੀ, ਬਸ ਇਹਨੂੰ ਟ੍ਰਾਇੰਗਲ ਦੀ ਸ਼ੇਪ 'ਚ ਕੱਟਿਆ ਹੋਇਆ ਹੈ। ਇਹਦੇ ਦੋ ਟ੍ਰਾਇੰਗੂਲਰ ਸਰਫੇਸਿਸ ਹੁੰਦੇ ਹਨ, ਜਿਹੜਾ ਮੰਨ ਲਓ ਪਹਿਲਾ ਇਹ ਤੇ ਇੱਕ ਪਿਛਲੇ ਪਾਸੇ। ਇਹ ਟ੍ਰਾਇੰਗੂਲਰ ਸਰਫੇਸਿਸ ਹਨ। ਜਿਹੜਾ ਸਾਡੇ ਵਾਸਤੇ ਇੰਪੋਰਟੈਂਟ ਹੈ ਉਹ ਜਿਹੜੇ ਸਾਈਡ ਵਾਲੇ ਸਰਫੇਸ ਹਨ, ਜਿਨ੍ਹਾਂ ਨੂੰ ਲੈਟਰਲ ਸਰਫੇਸ ਵੀ ਕਹਿੰਦੇ ਆ ਤੇ ਰੈਕਟੈਂਗੂਲਰ ਸਰਫੇਸ ਵੀ ਬੋਲਦੇ ਹੋ। ਇਹਨਾਂ ਦੀ ਸ਼ੇਪ ਜਿਹੜੀ ਸਾਈਡ 'ਚ ਵੇਖੋਗੇ, ਇਹਦੀ ਸ਼ੇਪ ਤੇ ਰੈਕਟੈਂਗੂਲਰ ਹੋਏਗੀ। ਇਹ ਰੈਕਟੈਂਗੂਲਰ ਸ਼ੇਪ ਦੇ ਹਨ। ਕਿੰਨੇ ਹੋਣਗੇ? ਇੱਕ ਇਹ ਹੋ ਜਾਏਗਾ, ਦੂਜਾ ਇਧਰਲੇ ਪਾਸੇ ਹੈ ਤੇ ਤੀਜਾ ਇਧਰਲੇ ਪਾਸੇ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿਸੇ ਵੀ ਪ੍ਰਿਜ਼ਮ 'ਚ ਦੋ ਟ੍ਰਾਇੰਗੂਲਰ ਸਰਫੇਸਿਸ ਹੋਣਗੇ ਤੇ ਤਿੰਨ ਰੈਕਟੈਂਗੂਲਰ ਸਰਫੇਸਿਸ ਹੋਣਗੇ। ਇਹਨਾਂ ਦੀ ਖਾਸੀਅਤ ਕੀ ਹੈ? ਇਹ ਜਿਹੜੇ ਰੈਕਟੈਂਗੂਲਰ ਸਰਫੇਸ ਹਨ ਇੱਕ ਦੂਜੇ ਨਾਲ ਇੰਕਲਾਈਨਡ ਹਨ, ਯਾਨੀ ਕਿ ਇੱਕ ਦੂਜੇ ਨਾਲ ਇੱਕ ਐਂਗਲ ਬਣਾਉਂਦੇ ਪਏ ਹਨ। ਜੇ ਅਸੀਂ ਸਲੈਬ ਨੂੰ ਵੇਖੀਏ, ਸਲੈਬ ਦੇ ਜਿਹੜੇ ਰੈਕਟੈਂਗੂਲਰ ਸਰਫੇਸਿਸ ਸੀਗੇ, ਮੰਨ ਲਓ ਇੱਕ ਪਾਸੇ ਇਹ ਹੈ ਤੇ ਦੂਜਾ ਇਸ ਪਾਸੇ ਹੈ, ਇਹਨਾਂ ਦੋਨਾਂ ਵਿੱਚ ਕੋਈ ਐਂਗਲ ਨਹੀਂ ਸੀ, ਇਹ ਇੰਕਲਾਈਨਡ ਨਹੀਂ ਹੁੰਦੇ ਸੀ। ਇਹਨਾਂ ਵਿੱਚ ਟ੍ਰਾਇੰਗਲ ਦੀ ਸ਼ੇਪ ਦੇ ਕਾਰਨ ਇਹ ਰੈਕਟੈਂਗੂਲਰ ਸਰਫੇਸ ਇੱਕ ਦੂਜੇ ਨਾਲ ਇੰਕਲਾਈਨਡ ਹਨ। ਹੁਣ ਇਹ ਜਿਹੜਾ ਐਂਗਲ ਹੁੰਦਾ ਹੈ, ਜਿਹੜਾ ਟ੍ਰਾਇੰਗਲ ਦਾ ਟੌਪ ਵਾਲਾ ਐਂਗਲ ਹੈ, ਇਹਨੂੰ ਅਸੀਂ ਕਹਿੰਦੇ ਆ angle of prism. Angle between two rectangular surfaces is called angle of prism. ਜ਼ਿਆਦਾਤਰ ਸੇਮ ਹੀ ਹੁੰਦੇ ਹਨ, ਯਾਨੀ ਕਿ ਇਕੁਇਲੇਟਰਲ ਟ੍ਰਾਇੰਗਲ ਹੀ ਹੁੰਦਾ ਹੈ। ਤਾਂ ਇਹ ਐਂਗਲ ਇਹਦੇ ਵੀ ਬਰਾਬਰ ਹੋਏਗਾ, ਇਹਦੇ ਵੀ ਬਰਾਬਰ ਹੋਏਗਾ ਜ਼ਿਆਦਾਤਰ। ਹੁਣ ਆਓ ਰਿਫਰੈਕਸ਼ਨ ਕਰਾ ਕੇ ਵੇਖੀਏ। ਜੇ ਲਾਈਟ ਇਧਰੋਂ ਭੇਜੀ ਜਾਵੇ ਓਬਲਿਕਲੀ ਕੁਝ ਇਸ ਤਰ੍ਹਾਂ, ਤਾਂ ਅਸੀਂ ਇੱਕ ਸਿੱਧੀ ਲਾਈਨ ਬਣਾ ਲਈ ਹੈ ਤੇ ਇਹ ਡਾਟਡ ਕਰਤੀ ਹੈ, ਕਿਉਂਕਿ ਗਲਾਸ ਸਲੈਬ ਇਹ ਵੀ ਤਾਂ ਇੱਕ ਗਲਾਸ ਸਲੈਬ ਹੈ, ਇੱਕ ਡਿਫਰੈਂਟ ਮੀਡੀਅਮ ਹੈ, ਤਾਂ ਲਾਈਟ ਨੇ ਬੈਂਡ ਹੋਣਾ ਹੈ। ਇਸ ਸਰਫੇਸ ਤੇ ਨਾਰਮਲ ਡਰਾ ਕਰ ਲੈਣਾ ਚਾਹੀਦਾ ਕੁਛ ਇਸ ਤਰ੍ਹਾਂ। ਹੁਣ ਇਹ ਲਾਈਟ ਜਿਹੜੀ ਹੈ ਸਿੱਧੀ ਨਹੀਂ ਜਾਏਗੀ। ਇਹ ਦੱਸੋ, ਇਹ ਘਣਾ ਮੀਡੀਅਮ ਹੋਵੇ, ਡੈਂਸਰ ਮੀਡੀਅਮ ਹੋਵੇ ਤਾਂ ਇਹਨੇ ਨਾਰਮਲ ਦੇ ਕੋਲ ਭਜਣਾ ਹੈ, ਤਾਂ ਇਹ ਲਗਭਗ ਇੰਨੀ ਕਰ ਡਿਫਲੈਕਟ ਕਰਦੀ ਹੈ। ਇੱਥੋਂ ਆਪਣਾ ਰਸਤਾ ਛੱਡ ਕੇ ਨਾਰਮਲ ਦੇ ਕੋਲ ਭੱਜੀ। ਦੇਖੋ ਨਾਰਮਲ ਇੱਥੇ ਹੈ ਤਾਂ ਨਾਰਮਲ ਦੇ ਕੋਲ ਆਏਗੀ, ਕਿਉਂਕਿ ਡੈਂਸਰ ਮੀਡੀਅਮ ਆ ਗਿਆ ਹੈ। ਹੁਣ ਇਹ ਸਿੱਧੀ ਜਾਂਦੀ ਪਈ ਹੈ। ਫਿਰ ਇਹਦੇ ਬਾਅਦ ਮੈਂ ਪੂਰੀ ਲਾਈਨ ਬਣਾ ਕੇ ਇਹ ਅੱਗੇ ਵਾਲੀ ਲਾਈਨ ਮਿਟਾ ਦਿੱਤੀ ਡਾਟਡ। ਕਿਉਂ? ਕਿਉਂਕਿ ਮੈਨੂੰ ਪਤਾ ਇੱਥੇ ਮੀਡੀਅਮ ਡਿਫਰੈਂਟ ਹੋ ਜਾਣਾ ਹੈ, ਲਾਈਟ ਨੇ ਫਿਰ ਰਸਤਾ ਚੇਂਜ ਕਰਨਾ ਹੈ। ਇਹ ਵੀ ਅਸੀਂ ਨਾਰਮਲ ਬਣਾ ਕੇ ਹੀ ਕਰਨਾ ਹੈ। ਇੱਥੇ ਵੀ ਅਸੀਂ ਇੱਕ ਨਾਰਮਲ ਡਰਾ ਕਰ ਲੈਣਾ ਹੈ ਇਸ ਤਰ੍ਹਾਂ। ਇਸ ਤਰ੍ਹਾਂ ਨਾਰਮਲ ਡਰਾ ਕਰ ਲਿਆ ਇਸ ਸਰਫੇਸ ਤੋਂ, ਇਸ ਰੈਕਟੈਂਗਲ ਸਰਫੇਸ ਤੋਂ। ਹੁਣ ਇਹ ਇੱਥੋਂ ਰਸਤਾ ਮੋੜੇਗੀ। ਦੱਸ ਸਕਦੇ ਹੋ ਇਹ ਨਾਰਮਲ ਦੇ ਕੋਲ ਭੱਜੇਗੀ ਹੁਣ ਕਿ ਦੂਰ? ਹੁਣ ਇਹਨੇ ਦੂਰ ਭੱਜਣਾ ਹੈ, ਕਿਉਂਕਿ ਰੇਅਰਰ ਮੀਡੀਅਮ ਆ ਗਿਆ, ਖਾਲੀ ਮੀਡੀਅਮ ਆ ਗਿਆ, ਖੁੱਲ ਜਾਣਾ ਇਹਨੇ, ਨਾਰਮਲ ਤੇ ਦੂਰ ਜਾਏਗੀ ਕੁਛ ਇਸ ਤਰ੍ਹਾਂ। ਇਸ ਤਰ੍ਹਾਂ ਅਸੀਂ ਐਰੋ ਲਾ ਕੇ ਇਹਦੀ ਡਾਇਰੈਕਸ਼ਨ ਦੱਸ ਸਕਦੇ ਹਾਂ। ਹੁਣ ਇਹਦਾ ਥੋੜਾ ਨਾਂ ਦੇ ਦਈਏ, ਇਹਨੂੰ ਤਾਂ ਅਸੀਂ ਇਨਸੀਡੈਂਟ ਰੇ ਕਹਿ ਸਕਦੇ ਹਾਂ। ਹੁਣ ਇਹਨੂੰ ਜਿਹੜੀ ਬਾਹਰ ਆਂਦੀ ਹੈ, ਇਮਰਜ ਹੁੰਦੀ ਪਈ ਹੈ, ਉਹਨੂੰ ਅਸੀਂ ਇਮਰਜੈਂਟ ਰੇ ਵੀ ਕਹਿ ਦਿੰਦੇ ਹਾਂ, ਯਾਨੀ ਕਿ ਪ੍ਰਿਜ਼ਮ ਤੋਂ ਬਾਹਰ ਆਉਣ ਵਾਲੀ ਰੇ। ਇਹ ਪ੍ਰਿਜ਼ਮ ਦੇ ਅੰਦਰ ਜਾਣ ਵਾਲੀ ਰੇ ਤੇ ਇਹ ਇਮਰਜੈਂਟ ਰੇ। ਹਾਂ, ਇਹ ਰਿਫਰੈਕਟਡ ਰੇ ਹੀ ਹੈ, ਬਟ ਦੇਖੋ ਇਹ ਵੀ ਤਾਂ ਰਿਫਰੈਕਟਡ ਰੇ ਹੈ ਨਾ, ਤਾਂ ਕਰਕੇ ਇਹਨੂੰ ਇੱਕ ਸਪੈਸ਼ਲ ਨਾਂ ਦੇਤਾ ਇਮਰਜੈਂਟ ਰੇ। ਹੁਣ ਅਸੀਂ ਵੇਖੀਏ ਤੇ ਸਾਡੀ ਇੰਸੀਡੈਂਟ ਰੇ ਤਾਂ ਨੂੰ ਜਾ ਰਹੀ ਸੀ, ਬਟ ਸਾਡੀ ਜਿਹੜੀ ਬਾਹਰ ਨਿਕਲ ਰਹੀ ਹੈ ਰੇ ਉਹ ਤਾਂ ਨੂੰ ਜਾ ਰਹੀ ਹੈ। ਇਹਨਾਂ ਵਿੱਚ ਤਾਂ ਐਂਗਲ ਦਾ ਡਿਫਰੈਂਸ ਹੋ ਗਿਆ। ਗਲਾਸ ਸਲੈਬ 'ਚ ਇਹ ਪੈਰਲਲ ਜਾਂਦੀਆਂ ਸਨ, ਬਿਲਕੁਲ ਇਦਾਂ ਜਾਂਦੀ ਸੀ, ਬਟ ਹੁਣ ਇਹ ਦੇਖੋ ਇਹਦੇ ਨਾਲ ਕਾਫੀ ਐਂਗਲ ਚੇਂਜ ਕਰ ਚੁੱਕੀ ਹੈ। ਤਾਂ ਇਹ ਜਿਹੜਾ ਐਂਗਲ ਹੈ ਇਹ ਅਸੀਂ ਕੈਲਕੂਲੇਟ ਕਰਦੇ ਹਾਂ ਇਸ ਲਾਈਨ ਨੂੰ ਪਿੱਛੇ ਐਕਸਟੈਂਡ ਕਰਕੇ ਕੁਛ ਇਸ ਤਰ੍ਹਾਂ। ਤਾਂ ਇਹ ਜਿਹੜਾ ਐਂਗਲ ਬਣ ਗਿਆ, ਜਿੱਥੇ ਲਾਈਨ ਨੇ ਜਾਣਾ ਸੀਗਾ, ਇਨਸੀਡੈਂਟ ਰੇ ਨੇ ਜਾਣਾ ਸੀਗਾ, ਬਟ ਅਸੀਂ ਪ੍ਰਿਜ਼ਮ ਪਾਤਾ ਵਿੱਚ, ਤਾਂ ਲਾਈਨ ਦੇਖੋ ਥੱਲੇ ਨੂੰ ਆ ਗਈ, ਡੇਵੀਏਟ ਹੋ ਗਈ। ਤਾਂ ਜਿਹੜਾ ਐਂਗਲ ਬਣਾਇਆ ਹੈ ਇਹਨੂੰ ਅਸੀਂ ਕਹਾਂਗੇ ਐਂਗਲ ਆਫ ਡੇਵੀਏਸ਼ਨ। ਅਸੀਂ ਕਹਿ ਸਕਦੇ ਹਾਂ ਜਿਹੜੀ ਪ੍ਰਿਜ਼ਮ ਦੀ ਇੱਕ ਯੂਨੀਕ ਸ਼ੇਪ ਹੈ, ਇਹਦੀ ਸ਼ੇਪ ਦੇ ਕਾਰਨ ਜਿਹੜੀ ਇਮਰਜੈਂਟ ਰੇ ਹੁੰਦੀ ਹੈ
ਉਹ ਬੈਂਟ ਹੋ ਜਾਂਦੀ ਹੈ ਐਟ ਐਨ ਐਂਗਲ ਟੂ ਦ ਡਾਇਰੈਕਸ਼ਨ ਆਫ ਇਨਸੀਡੈਂਟ ਰੇ। ਉਹ ਇਨਸੀਡੈਂਟ ਰੇ ਤੇ ਕਿਸੇ ਐਂਗਲ ਨਾਲ ਬੈਂਟ ਹੋ ਜਾਂਦੀ ਹੈ। ਕਹਿ ਸਕਦੇ ਹਾਂ ਦੇਖੋ ਇਹ ਸਿੱਧੇ ਜਾਣਾ ਸੀ ਬਟ ਦੇਖੋ ਰੇ ਜਾ ਰਹੀ ਹੈ ਇੱਧਰ, ਇਹਨੂੰ ਪਿੱਛੇ ਐਕਸਟੈਂਡ ਕਰਕੇ ਅਸੀਂ ਇਹ ਐਂਗਲ ਨੋਟ ਕਰ ਲਿਆ। ਹੁਣ ਇਹ 60 45 30 ਕੁਝ ਵੀ ਹੋ ਸਕਦਾ ਹੈ। ਇਹ ਐਂਗਲ ਆਫ ਡੇਵੀਏਸ਼ਨ ਕਰਾਏਗਾ ਕਿ ਇਹ ਜਿਹੜਾ ਪ੍ਰਿਜ਼ਮ ਹੈ ਲਾਈਟ ਨੂੰ ਇੰਨੇ ਡਿਗਰੀ ਬੈਂਡ ਕਰ ਦਿੰਦਾ ਹੈ। ਹੁਣ ਅਸੀਂ ਡਿਸਪਰਸ਼ਨ ਕਰਾਣੀ ਹੈ ਵਾਈਟ ਲਾਈਟ ਦੀ। ਹਾਲੇ ਤੱਕ ਸਿਰਫ ਅਸੀਂ ਕਾਗਜ਼ 'ਚ ਅੰਦਾਜ਼ਾ ਲਾਇਆ ਸੀ ਕਿ ਲਾਈਟ ਇੱਧਰ ਨੂੰ ਮੁੜੇਗੀ, ਇੱਧਰ ਨੂੰ ਬਾਹਰ ਨਿਕਲ ਜਾਏਗੀ, ਇੱਧਰ ਨੂੰ ਐਮਰਜ ਹੋ ਜਾਏਗੀ। ਬਟ ਜੇ ਅਸੀਂ ਪ੍ਰਿਜ਼ਮ ਦੇ ਥਰੂ ਵਾਈਟ ਲਾਈਟ ਭੇਜੀਏ ਤਾਂ ਕੀ ਹੁੰਦਾ ਹੈ? ਵਾਈਟ ਲਾਈਟ ਆਪਣੇ ਕੰਪੋਨੈਂਟਸ 'ਚ ਟੁੱਟ ਜਾਂਦੀ ਹੈ। when we pass white light through prism, the white light is dispersed मतलब ਹੁੰਦਾ ਹੈ ਅਲੱਗ-ਅਲੱਗ ਹੋ ਜਾਣਾ into its components। ਕਿੰਨੇ? 7, ਜਿਹਨੂੰ ਅਸੀਂ ਯਾਦ ਰੱਖਣਾ ਹੈ ਇਦਾਂ ਰॉय जी BIB, ਰੈਡ, orange, yellow, green, blue, indigo and violet। ਇਹ ਇਦਾਂ ਹੀ ਕ੍ਰਮ ਸਾਨੂੰ ਯਾਦ ਹੋਣਾ ਚਾਹੀਦਾ। ਪ੍ਰਿਜ਼ਮ ਹੀ ਨਹੀਂ ਹੈ ਜਿਹੜਾ ਡਿਸਪਰਸ਼ਨ ਕਰਾਉਂਦਾ ਹੈ, ਕਈ ਚੀਜ਼ਾਂ ਡਿਸਪਰਸ਼ਨ ਕਰਾ ਸਕਦੀਆਂ ਹਨ। ਇੰਦਰਧਨੁਸ਼ ਦੇਖਿਆ ਹੈ ਨਾ, ਉੱਥੇ ਵੀ ਅਸੀਂ ਡਿਸਕਸ ਕਰਾਂਗੇ। ਉੱਥੇ ਕੋਈ ਪ੍ਰਿਜ਼ਮ ਨਹੀਂ ਹੈਗਾ ਬਟ ਫਿਰ ਵੀ ਅਸੀਂ 7 ਕਲਰਸ ਵੇਖਦੇ ਹਾਂ। ਤੁਸੀਂ ਵੀ ਕਈ ਵਾਰੀ ਵੇਖਿਆ ਹੋਏਗਾ ਪਾਣੀ ਦਾ ਲਿਸ਼ਕਾਰਾ ਜਾਂ ਕੋਈ ਗਲਾਸ ਦਾ ਲਿਸ਼ਕਾਰਾ ਦੀਵਾਰ ਤੇ ਇਦਾਂ ਦਾ ਪੈਂਦਾ ਹੈ ਕਿ ਡਿਫਰੈਂਟ ਕਲਰ ਦਿਖਾਈ ਦਿੰਦੇ ਹਨ। ਇਹ ਕਾਮਨ ਫੈਨੋਮੈਨਾ ਹੈ, ਅਸੀਂ ਆਬਜ਼ਰਵ ਕੀਤਾ ਹੋਇਆ ਹੈ। ਬਟ ਪ੍ਰਿਜ਼ਮ ਜਿਹੜਾ ਹੈ ਬਹੁਤ ਹੀ ਕਲੀਅਰਲੀ ਸਾਫ਼-ਸਾਫ਼ ਕੰਪੋਨੈਂਟਸ ਦਿਖਾਉਂਦਾ ਹੈ। ਜੇ ਵਾਈਟ ਲਾਈਟ ਪ੍ਰਿਜ਼ਮ ਚ ਪਾਈਏ ਤਾਂ ਕੁਝ ਇਸ ਤਰ੍ਹਾਂ ਉਹ ਲਾਈਟ ਬੈਂਡ ਕਰਦਾ ਹੈ। ਦੇਖੋ ਇੱਥੇ ਲਾਈਟ ਆਈ, ਇਹ ਬੈਂਡਿੰਗ ਹੋਈ ਜਿੱਦਾਂ ਅਸੀਂ ਕਾਗਜ਼ 'ਚ ਬਣਾਇਆ ਸੀ, ਬਟ ਬੈਂਡਿੰਗ ਹੋਣ ਦੇ ਨਾਲ ਇਹ ਦੇਖੋ ਕਲਰ ਅਲੱਗ ਹੋ ਰਹੇ ਨੇ। ਤੇ ਉਹਦੇ ਬਾਅਦ ਜਦੋਂ ਦੂਜੇ ਸਰਫੇਸ ਤੋਂ ਨਿਕਲਦੀ ਹੈ ਹੋਰ ਜ਼ਿਆਦਾ ਬੈਂਡਿੰਗ ਹੁੰਦੀ ਹੈ ਤਾਂ ਬਿਲਕੁਲ ਕਲਰ ਲਾਦੇ ਦਿਖਣੇ ਸ਼ੁਰੂ ਹੋ ਜਾਂਦੇ ਹੈ। ਸਭ ਤੋਂ ਉੱਪਰ ਕੀ ਹੈਗਾ? ਰੈੱਡ। ਸਭ ਤੋਂ ਥੱਲੇ ਕੀ ਹੈਗਾ? ਵਾਇਲਟ। ਤਾਂ ਹੀ ਜਿਹੜਾ ਕ੍ਰਮ ਹੈ ਅਸੀਂ ਉਦਾਂ ਹੀ ਯਾਦ ਰੱਖਣਾ ਹੈ, ਰੈੱਡ, orange, yellow, green, blue, indigo, violet। ਇਸ ਤਰ੍ਹਾਂ ਤਾਂ ਅਸੀਂ ਕਹਿ ਸਕਦੇ ਹਾਂ ਰੈੱਡ ਜਿਹੜਾ ਕਲਰ ਹੈ ਉਹ ਘੱਟ ਬੈਂਡ ਕਰ ਰਿਹਾ ਹੈ ਤੇ ਵਾਇਲਟ ਕਲਰ ਸਭ ਤੋਂ ਜ਼ਿਆਦਾ ਬੈਂਡ ਕਰ ਰਿਹਾ ਹੈ। ਹੈਗੇ ਕੀ ਹੈ? ਕੰਪੋਨੈਂਟ ਹੈਗੇ ਵਾਈਟ ਲਾਈਟ ਦੇ ਵਿੱਚ ਹੀ। ਇੱਥੇ ਸਾਰੀ ਲਾਈਟ ਪ੍ਰੈਜ਼ੈਂਟ ਸੀ ਬਟ ਕਿਉਂਕਿ ਇਹ ਸਰਫੇਸ ਆ ਗਿਆ, ਇੱਕ ਪਿਕੂਲਰ ਸ਼ੇਪ ਹੈ ਦੀ, ਜਿਹਦੇ ਕਾਰਨ ਇਹਨੇ ਇਹਨੂੰ ਆਪਣੇ ਕੰਪੋਨੈਂਟਸ 'ਚ ਵੰਡ ਦਿੱਤਾ, ਜਿਹੜੇ ਹੈਗੇ 7 ਕੰਪੋਨੈਂਟ। ਹੁਣ ਇਹ ਕੁਐਸਚਨ ਕਿ ਇਹ ਰੈੱਡ ਲਾਈਟ ਕਿਉਂ ਘੱਟ ਬੈਂਡ ਹੁੰਦੀ ਪਈ ਹੈ, ਇਹ ਦੇਖੋ ਵਾਇਲਟ ਤਾਂ ਬੜੀ ਹੀ ਥੱਲੇ ਚੱਲ ਜਾ ਰਹੀ ਹੈ। ਇਹਨਾਂ ਦੋਨਾਂ ਦਾ ਜਿਹੜਾ ਆਨਸਰ ਹੈ ਉਹ ਤੁਸੀਂ ਫਿਊਚਰ ਕਲਾਸ 'ਚ ਡਿਸਕਸ ਕਰੋਗੇ। ਜਿਸ ਕਲਰ ਦੀ ਵੇਵਲੈਂਥ ਜ਼ਿਆਦਾ ਹੋਏਗੀ ਉਹ ਘੱਟ ਬੈਂਡ ਕਰੇਗਾ ਤੇ ਜਿਹਦੀ ਘੱਟ ਹੋਏਗੀ ਉਹ ਜ਼ਿਆਦਾ ਬੈਂਡ ਕਰੇਗਾ। ਟ੍ਰੈਫਿਕ ਲਾਈਟ 'ਚ ਤਾਂ ਹੀ ਅਸੀਂ ਰੈੱਡ ਕਲਰ ਲਾਉਂਦੇ ਹਾਂ, ਇਹ ਰਿਫਰੈਕਟ ਘੱਟ ਹੁੰਦੀ ਹੈ, ਦੂਰੋਂ ਦਿਖਾਈ ਦੇ ਜਾਣੀ ਹੈ। ਬਟ ਜਿਹੜੀ ਵਾਇਲਟ ਰੇਜ਼ ਅਗਰ ਜੇ ਯੂਜ਼ ਕਰੀਏ ਉਹ ਦੂਰ ਦਿਖਣੀ ਨਹੀਂ, ਉਹਨਾਂ ਨੇ ਬੈਂਡ ਹੋ ਜਾਣਾ, ਸਾਡੀ ਅੱਖਾਂ 'ਚ ਪੈਣੀਆਂ ਹੀ ਨਹੀਂ ਰੇ। ਤਾਂ ਕਰਕੇ ਅਸੀਂ ਫਿਊਚਰ ਕਲਾਸਿਸ ਵੇਖਾਂਗੇ ਕਿ ਇਹ ਕਿਉਂ ਬੈਂਡ ਕਰਦੀਆਂ ਹਨ। ਬਟ ਹਾਲੇ ਤੱਕ ਅਸੀਂ ਆਨਸਰ ਇਹ ਲੈ ਸਕਦੇ ਹਾਂ ਇਹਦਾ ਕਿ ਜਿੰਨੀ ਜ਼ਿਆਦਾ ਵੇਵਲੈਂਥ ਹੋਏਗੀ ਉਨਾ ਹੀ ਘੱਟ ਬੈਂਡਿੰਗ ਹੋਏਗੀ। ਸਮਝਣ ਵਾਸਤੇ ਅਸੀਂ ਕੀ ਕਰਨਾ ਹੈ? ਰੈੱਡ ਦੀ ਵੇਵਲੈਂਥ ਜ਼ਿਆਦਾ ਹੈ, ਕਦਮ ਵੱਡੇ ਪੁੱਟਦੀ ਹੈ, ਇਹਦਾ ਮਤਲਬ ਇੱਕੋ ਕਦਮ ਇੱਥੇ ਪਾਏਗੀ ਤੇ ਪਾਸ ਹੋ ਜਾਏਗੀ, ਬੈਂਡਿੰਗ ਘੱਟ ਹੀ ਹੋਏਗੀ, ਇਹ ਸਰਫੇਸ ਉਹਨੂੰ ਜ਼ਿਆਦਾ ਡਿਸਟਰਬ ਨਹੀਂ ਕਰ ਸਕੇਗਾ। ਹੁਣ ਜਿਹਦੇ ਛੋਟੇ ਕਦਮ ਹੋਣ, ਜਿਵੇਂ ਵਾਇਲਟ ਵੇਵਲੈਂਥ ਬਹੁਤ ਘੱਟ, ਕਦਮ ਛੋਟੇ, ਇਦਾਂ ਸਮਝ ਸਕਦੇ ਹਾਂ, ਤਾਂ ਉਹਨੇ ਬਹੁਤ ਜ਼ਿਆਦਾ ਬੈਂਡ ਹੋ ਜਾਣਾ ਹੈ ਇਸ ਸਰਫੇਸ ਦੇ ਹਿਸਾਬ ਨਾਲ, ਕਿਉਂਕਿ ਇਹਨੂੰ ਡਿਸਟਰਬੈਂਸ ਜ਼ਿਆਦਾ ਹੋਣੀ, ਕਿਉਂਕਿ ਛੋਟੇ ਕਦਮ ਹਨ, ਪਾਸ ਹੋਣ ਤੋਂ ਪਹਿਲੇ ਇਹਨੂੰ ਕਈ ਵਾਰੀ ਇੱਥੇ ਕਦਮ ਰੱਖਣੇ ਪੈਣੇ ਹੈ। ਤਾਂ ਕਰਕੇ ਇੱਥੇ ਜਿਹੜੀ ਵਾਇਲਟ ਹੈ ਉਹ ਜ਼ਿਆਦਾ ਬੈਂਡਿੰਗ ਹੁੰਦੀ ਪਾਈ ਹੈ। ਇਹ ਸਿਰਫ ਸਮਝਣ ਵਾਸਤੇ ਹੈ। ਹੁਣ ਥੋੜੀ ਜਿਹੀ ਐਨੀਮੇਸ਼ਨ ਨਾਲ ਸਮਝ ਲਈਏ, ਥੋੜਾ ਐਕਸਪੈਰੀਮੈਂਟ ਦੇਖ ਲਈਏ ਕਿ ਵਾਈਟ ਲਾਈਟ ਕਿੰਨਾ ਖਿੰਡਦੀ ਹੈ ਜਾਂ ਡਿਸਪਰਸ ਹੁੰਦੀ ਹੈ ਡਿਫਰੈਂਟ ਵੇਵਲੈਂਥ 'ਚ। ਆਓ ਕੁਝ ਐਕਸਪੈਰੀਮੈਂਟ ਕਰ ਲਈਏ। ਹੁਣ ਇਹ ਸਾਡਾ ਇੱਕ ਪ੍ਰਿਜ਼ਮ ਹੈ ਤੇ ਇਹ ਇੱਕ ਵਾਈਟ ਲਾਈਟ ਹੈ। ਕਿਆ ਵਾਕਈ ਵਾਈਟ ਲਾਈਟ ਹੈ? ਦੇਖਦੇ ਹਾਂ। ਅਸੀਂ ਕੀ ਕਰਾਂਗੇ, ਇਸ ਲਾਈਟ ਨੂੰ ਇਸ ਪ੍ਰਿਜ਼ਮ ਤੇ ਕ੍ਰਾਸ ਕਰਾਵਾਂਗੇ। ਹੁਣ ਹੋਣਾ ਕੀ ਚਾਹੀਦਾ? ਵਾਈਟ ਲਾਈਟ ਇਦਾਂ ਰਿਫਰੈਕਟ ਹੋ ਕੇ ਜਿੱਦਾਂ ਅਸੀਂ ਡਾਇਗਰਾਮ ਬਣਾਇਆ ਤਾਂ ਨੂੰ ਚੱਲ ਜਾਣੀ ਚਾਹੀਦੀ ਹੈ ਇੱਕ ਡਿਵੀਜ਼ਨ ਐਂਗਲ ਨਾਲ। ਬਟ ਅਸੀਂ ਵੇਖਦੇ ਹਾਂ ਪ੍ਰਿਜ਼ਮ ਦੀ ਪਿਕੂਲਰ ਸ਼ੇਪ, ਡਿਫਰੈਂਟ ਸ਼ੇਪ ਹੋਣ ਕਾਰਨ ਇਹ ਇੱਕ ਇੰਦਰਧਨੁਸ਼ ਦਿੰਦੀ ਹੈ। ਵਾਈਟ ਲਾਈਟ ਇੰਦਰਧਨੁਸ਼ ਦੀ ਕਿਉਂ ਦੇ ਰਹੀ ਹੈ? ਕਿਉਂਕਿ ਵਾਈਟ ਲਾਈਟ ਜਿਹੜੀ ਹੈ ਉਹ ਡਿਫਰੈਂਟ ਕਲਰਸ ਨਾਲ ਬਣੀ ਹੋਈ ਹੈ। ਕਿਹੜੇ ਕਲਰ ਹਨ? ਹੁਣ ਇਹਨਾਂ ਨੂੰ ਅਲੱਗ ਕਰੀਏ। ਦੇਖੋ ਇਹ ਸਾਰੇ ਕਲਰ ਸੀਗੇ ਤਾਂ ਕਰਕੇ ਵਾਈਟ ਦਿਸ ਰਹੀ ਸੀ। ਇਹਨਾਂ ਦਾ ਇੱਕ ਸਪੈਸ਼ਲ ਨਾਮ ਵੀ ਹੈ ਯਾਦ ਕਰਨ ਦਾ, ਰॉय जी BIB। ਇਦਾਂ 7 ਰੰਗ ਜਿਹੜੇ ਹੈਗੇ ਇੰਦਰਧਨੁਸ਼ ਦੇ ਉਹ ਪ੍ਰਿਜ਼ਮ ਦੇ ਦਿੰਦਾ ਹੈ। ਇਹਨੂੰ ਸਮਝਣ ਵਾਸਤੇ ਦੁਬਾਰਾ ਤੋਂ ਇਹਨੂੰ ਇਕੱਠਾ ਕਰੀਏ। ਪਹਿਲੇ ਇਹਨਾਂ ਨੂੰ ਇੱਥੇ ਰੱਖ ਲੈਂਦੇ ਹਾਂ। ਹੁਣ ਅਸੀਂ ਲਾਈਨ ਦੇ ਹਿਸਾਬ ਨਾਲ ਇੱਥੇ ਇਕੱਠੇ ਕਰਨੇ ਹਨ।
ਜਿੱਦਾਂ ਕਰਕੇ ਸਾਨੂੰ ਸਮਝ ਆਵੇ। ਪ੍ਰਿਜ਼ਮ ਨੂੰ ਥੋੜਾ ਇੱਥੇ ਲਿਆਈਏ। ਹੁਣ ਯਾਦ ਕਰ ਲੈਂਦੇ ਹਾਂ ਕਿ ਕਿਹੜੇ ਕਿਹੜੇ ਕਲਰ ਸੀ। ਪਹਿਲੇ ਅਸੀਂ ਰੈੱਡ ਕਲਰ ਲੈ ਕੇ ਆਏ। ਹੁਣ ਇਹਨੂੰ ਇੱਕ ਹੀ ਪੁਆਇੰਟ ਤੇ ਰੱਖੋ। ਦੇਖੋ ਰੈੱਡ ਕਲਰ ਜਿਹੜੀ ਹੈ, ਰੈੱਡ ਲਾਈਟ ਜਿਹੜੀ ਹੈ ਉਹ ਬੈਂਡ ਹੁੰਦੀ ਪਈ ਹੈ ਕੁਝ ਡਿਗਰੀ, ਉਸੇ ਤਰ੍ਹਾਂ ਜਿੱਦਾਂ ਅਸੀਂ ਡਾਇਗਰਾਮ ਬਣਾਇਆ ਸੀ। ਹੁਣ ਅਸੀਂ ਲੈ ਕੇ ਆਣੀ ਹੈ ਔਰੇਂਜ। ਔਰੇਂਜ ਨੂੰ ਇਹਦੇ ਉੱਤੇ ਰੱਖਤਾ। ਨੋਟ ਕਰੋ ਇਹਦੀ ਡਿਵੀਜ਼ਨ ਥੋੜੀ ਜੀ ਅਲੱਗ ਹੈ, ਥੋੜੀ ਥੱਲੇ ਨੂੰ ਜਾ ਰਿਹਾ ਹੈ ਔਰੇਂਜ ਕਲਰ। ਹੁਣ ਲਿਆਓ ਯੈਲੋ, ਰॉय ਹੋ ਗਿਆ। ਦੇਖੋ ਰॉय ਜਿਹੜਾ ਯੈਲੋ ਹੈ ਉਹ ਥੱਲੇ ਨੂੰ ਹੈ, ਜ਼ਿਆਦਾ ਬੈਂਡ ਹੋ ਰਿਹਾ ਹੈ। ਇਹ ਤੁਸੀਂ ਹੁਣ ਟ੍ਰੈਂਡ ਦੇਖੀ ਜਾਓਗੇ ਜਿੱਦਾਂ ਜਿੱਦਾਂ ਅਸੀਂ ਇਹ ਲੇਜ਼ਰ ਰੱਖੀ ਜਾਵਾਂਗੇ। ਹੁਣ ਜੀ ਆ ਗਿਆ, ਦੇਖੋ ਗ੍ਰੀਨ ਕਲਰ ਜ਼ਿਆਦਾ ਡੇਵੀਏਟ ਕਰ ਰਿਹਾ ਹੈ। ਉਹਦੇ ਬਾਅਦ ਆ ਗਿਆ ਸਾਡਾ ਬਲੂ, ਤੇ ਹੁਣ ਤੁਹਾਨੂੰ ਜਿੱਦਾਂ ਹੀ ਇਹ ਕਲਰ ਇਕੱਠੇ ਹੋਏ ਥੋੜਾ ਥੋੜਾ ਵਾਈਟਿਸ਼ ਕਲਰ ਦਿਸਣਾ ਸ਼ੁਰੂ ਹੋ ਜਾਏਗਾ। ਦੇਖੋ ਬਲੂ ਕਲਰ ਵੀ ਡੇਵੀਏਟ ਕਰ ਰਿਹਾ ਹੈ ਤਾਂ ਨੂੰ। ਉਹਦੇ ਬਾਅਦ ਆ ਗਿਆ ਸਾਡਾ ਇੰਡੀਗੋ, ਦੇਖੋ ਉਸ ਤੋਂ ਜ਼ਿਆਦਾ, ਤੇ ਉਸ ਤੋਂ ਜ਼ਿਆਦਾ ਫਿਰ ਵਾਇਲਟ ਕਰਦਾ ਹੈ, ਵਾਇਲਟ। ਜਿੱਦਾਂ ਹੀ ਇਹ ਡਿਫਰੈਂਟ ਕਲਰਸ ਅਸੀਂ ਮੈਂ ਇਕੱਠੇ ਕੀਤੇ ਲੇਜ਼ਰ ਤੇ, ਇਹ ਤਾਂ ਵਾਈਟ ਹੀ ਹੋ ਗਿਆ। ਦੇਖੋ ਇਹੀ ਨਿਊਟਨ ਨੇ ਐਕਸਪੈਰੀਮੈਂਟ ਕੀਤਾ ਸੀ। ਉਹਨੇ ਇਹ ਦੱਸਿਆ ਜਿਹੜੀ ਵਾਈਟ ਲਾਈਟ ਹੈ ਉਹ ਡਿਫਰੈਂਟ ਰੇਜ਼ ਨਾਲ ਮਿਲੀ ਹੋਈ ਹੈ, ਯਾਨੀ ਕਿ ਡਿਫਰੈਂਟ ਲੇਜ਼ਰਸ ਜਿੱਦਾਂ ਅਸੀਂ ਇਕੱਠੀ ਕਰਕੇ ਵਾਈਟ ਕਲਰ ਇੱਥੇ ਬਣਾਤਾ, ਉੱਦਾਂ ਹੀ ਲਾਈਟ ਹੈ। ਲਾਈਟ ਦੇ ਡਿਫਰੈਂਟ ਕੰਪੋਨੈਂਟ ਹਨ, ਡਿਫਰੈਂਟ ਕਲਰ ਹਨ, ਉਹ ਇਕੱਠੇ ਹੋ ਕੇ ਚਿੱਟਾ ਕਲਰ ਦੇ ਰਹੇ ਹਨ। ਹੁਣ ਹੋਇਆ ਕਿ ਇਹਨੂੰ ਚੈਲੰਜ ਕੀਤਾ। ਉਹਨਾਂ ਨੇ ਕਿਹਾ ਕਿ ਇਹ ਗਲਾਸ ਜਿਹੜਾ ਹੈ ਇਹ ਕੁਝ ਕਰਦਾ ਪਿਆ ਹੈ, ਪ੍ਰਿਜ਼ਮ, ਤਾਂ ਕਰਕੇ ਇਹ ਕਲਰਸ ਡਿਫਰੈਂਟ ਦਿਖਾਈ ਦਿੰਦੇ ਪਏ ਹਨ। ਯਾਨੀ ਕਿ ਲਾਈਟ 'ਚ ਕਲਰ ਨਹੀਂ ਹੈਗਾ, ਇਹਦੇ 'ਚ ਕਲਰ ਹੈਗਾ। ਉਹਨੇ ਇਸ ਚੀਜ਼ ਨੂੰ ਬੜੇ ਹੀ ਸਿੰਪਲਿਸਿਟੀ ਨਾਲ ਪ੍ਰੂਫ ਕੀਤਾ। ਉਹਨੇ ਕੀ ਕੀਤਾ, ਜੇ ਮੈਂ ਇਹ ਇਕੱਠੇ ਕਰਕੇ ਫਿਰ ਦਿਖਾ ਦਾਂ ਤੇ ਇਕੱਠੇ ਕਿੱਦਾਂ ਕਰੋਗੇ? ਦੂਜਾ ਪ੍ਰਿਜ਼ਮ ਪੁੱਠਾ ਲਾ ਕੇ, ਇਹ ਦੇਖੋ ਲਾਈਟ ਗਈ ਵਾਈਟ, ਫਿਰ ਇੱਥੋਂ ਡਿਸਪਰਸ ਹੋਈ, ਇਹਨੂੰ ਡਿਸਪਰਸ਼ਨ ਕਵਾਂਗੇ, ਤੇ ਫਿਰ ਦੂਜੇ ਪ੍ਰਿਜ਼ਮ 'ਚ ਪਾਇਆ, ਫਿਰ ਇਕੱਠੀ ਹੋ ਕੇ ਫਿਰ ਵਾਈਟ ਲਾਈਟ ਬਾਹਰ ਆ ਗਈ। ਇਹ ਹੈ ਨਿਊਟਨ ਦਾ ਐਕਸਪੈਰੀਮੈਂਟ ਜਿਹੜਾ ਉਹਨੇ ਕੀਤਾ। ਹੁਣ ਇੱਥੇ ਅਸੀਂ ਥੋੜੀ ਚੀਜ਼ਾਂ ਗੌਰ ਕਰ ਲੈਂਦੇ ਹਾਂ ਅਸੀਂ ਸਮਝਣ ਵਾਸਤੇ, ਕਿਉਂਕਿ ਡਿਫਰੈਂਟ ਕਲਰ ਹਨ, ਕਨਫਿਊਜ਼ ਨਾ ਹੋ ਜਾਈਏ। ਹੁਣ ਦੇਖੋ ਵਾਇਲਟ ਕਲਰ ਨੂੰ ਲੈ ਕੇ ਆਈਏ ਤਾਂ ਉਹਦੀ ਸਭ ਤੋਂ ਜ਼ਿਆਦਾ ਬੈਂਡਿੰਗ ਹੈ, ਦੇਖੋ ਬਿਲਕੁਲ ਥੱਲੇ ਨੂੰ ਚੱਲ ਜਾ ਰਿਹਾ ਹੈ। ਬਟ ਜੇ ਅਸੀਂ ਰੈੱਡ ਕਲਰ ਲੈ ਆਈਏ ਉਹ ਸਭ ਤੋਂ ਘੱਟ ਬੈਂਡ ਹੁੰਦਾ ਹੈ। ਇਹ ਕਿਉਂ ਕਰਕੇ ਹੁੰਦਾ ਹੈ? ਇਹਦਾ ਆਨਸਰ ਇਹ ਹੈ ਕਿ ਵੇਵਲੈਂਥ ਜਿਹੜੀ ਹੈ ਇਹਦੀ ਵੱਡੀ ਹੁੰਦੀ ਹੈ। ਹੁਣ ਇਹ ਤੁਸੀਂ ਫਿਊਚਰ ਕਲਾਸ 'ਚ ਵੇਖੋਗੇ ਕਿਸੇ ਲਾਈਟ ਦੀ ਵੇਵਲੈਂਥ ਕੀ ਹੁੰਦੀ ਹੈ, ਤੇ ਉਹ ਕਿੱਦਾਂ ਡਿਸਟਰਬ ਨਹੀਂ ਹੁੰਦੀ, ਸਿੱਧੀ ਚੱਲ ਜਾਂਦੀ ਹੈ ਜ਼ਿਆਦਾ ਵੱਡੀ ਵੇਵਲੈਂਥ ਹੋਣ ਦੇ ਕਾਰਨ। ਬਟ ਵਾਇਲਟ ਜਿਹੜਾ ਹੈ ਉਹਦੀ ਵੇਵਲੈਂਥ ਘੱਟ ਹੁੰਦੀ ਹੈ, ਤਾਂ ਕਰਕੇ ਉਹ ਜ਼ਿਆਦਾ ਬੈਂਡ ਕਰਦੀ ਹੈ। ਅਸੀਂ ਜਿਹੜੇ ਡਾਇਗਰਾਮ ਬਣਾਉਣੇ ਹਨ ਤੇ ਜਿਹੜੇ ਪ੍ਰਿਜ਼ਮ ਦੀ ਫਿਨੋਮਨਾ ਜਾਂ ਡਿਸਪਰਸ਼ਨ ਦੀ ਫਿਨੋਮਨਾ ਹੈ, ਉਹ ਸਾਰੇ ਕਲਰ ਬਾਰ-ਬਾਰ ਨਹੀਂ ਬਣਾ ਕੇ ਅਸੀਂ ਇਹ ਦੋ ਮੇਨ ਕਲਰ ਹੀ ਸਮਝਣੇ ਹਨ, ਬਾਕੀ ਅਜ਼ਿਊਮ ਕਰ ਲੈਣੇ ਹਨ ਕਿ ਇਹਨਾਂ ਦੇ ਵਿੱਚ ਵੀ ਡਿਫਰੈਂਟ ਕਲਰ ਹਨ। ਸਰ ਆਈਜ਼ੈਕ ਨਿਊਟਨ ਪਹਿਲੇ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਗਲਾਸ ਪ੍ਰਿਜ਼ਮ ਤੋਂ ਇਹ ਸਪੈਕਟਰਮ ਕੀ ਹੈ? ਇਹ ਬੈਂਡ ਆਫ ਲਾਈਟ। ਤਾਂ ਅਸੀਂ ਇਹਨੂੰ ਕਹਿ ਦਈਏ ਇਹ ਬੈਂਡ ਹੈ ਇੱਕ, ਜਿਹਦੇ ਉੱਪਰਲੇ ਪਾਸੇ ਬੈਂਡ ਦੇ ਕੀ ਹੈਗਾ? ਰੈੱਡ, ਤੇ ਥੱਲੇ ਕੀ ਹੈਗਾ? ਵਾਇਲਟ, ਤੇ ਡਿਫਰੈਂਟ ਕਲਰ। ਯਾਦ ਰੱਖਣਾ ਸਪੈਕਟਰਮ ਨਾਲ ਕਨਫਿਊਜ਼ ਨਾ ਹੋ। ਸਪੈਕਟਰਮ ਕੀ ਹੈਗਾ? ਬੈਂਡ ਆਫ ਕਲਰ ਕੰਪੋਨੈਂਟਸ ਆਫ ਅ ਲਾਈਟ ਬੀਮ। ਸਪੈਸ਼ਲ ਨਾਂ ਦਿੱਤਾ ਹੋਇਆ। ਤਾਂ ਜਿਹੜੇ ਨਿਊਟਨ ਸੀਗੇ ਉਹ ਪਹਿਲੇ ਸੀਗੇ ਸਾਇੰਟਿਸਟ ਜਿਨ੍ਹਾਂ ਨੇ ਪ੍ਰਿਜ਼ਮ ਨਾਲ ਇਹ ਕੀਤਾ। ਉਹਨਾਂ ਨੇ ਡਿਫਰੈਂਟ ਕਲਰ ਸੈਪਰੇਟ ਕਰਤੇ। ਬਟ ਇਹਨਾਂ ਨੂੰ ਡਾਊਟ ਕਰਨ ਵਾਲੇ ਵੀ ਕਾਫੀ ਸੀਗੇ। ਲੋਕਾਂ ਨੇ ਸੋਚਿਆ ਇਹ ਜਿਹੜਾ ਗਲਾਸ ਹੈ ਕੁਝ ਕਰਦਾ ਪਿਆ ਹੈ, ਇਹ ਵਾਈਟ ਲਾਈਟ ਜਿਹੜੀ ਸਾਡਾ ਸੂਰਜ ਦਾ ਪ੍ਰਕਾਸ਼ ਵੀ ਵਾਈਟ ਲਾਈਟ ਹੁੰਦਾ ਹੈ, ਇਹਦੇ 'ਚ ਕੁਝ ਨਹੀਂ, ਇਹ ਚਿੱਟਾ ਹੀ ਹੈ। ਇਹ ਜਿਹੜਾ ਗਲਾਸ ਲੈ ਕੇ ਆਇਆ ਹੈ ਇਹਦੇ ਕਾਰਨ ਇਹ ਚੀਜ਼ਾਂ ਹੋ ਰਹੀਆਂ ਹਨ। ਪਰ ਉਹਨੇ ਇਹਨਾਂ ਨੂੰ ਗਲਤ ਪ੍ਰੂਫ ਕੀਤਾ। ਕਿੱਦਾਂ? ਦੂਜਾ ਪ੍ਰਿਜ਼ਮ ਲਾ ਕੇ, ਜਿੱਦਾਂ ਅਸੀਂ ਐਕਸਪੈਰੀਮੈਂਟ 'ਚ ਵੇਖਿਆ ਸੀ। ਉਹਨੇ ਜਦੋਂ ਦੂਜਾ ਪ੍ਰਿਜ਼ਮ ਲਾਇਆ ਤੇ ਲਾਈਟ ਦੇ ਕੰਪੋਨੈਂਟ ਫਿਰ ਇਕੱਠੇ ਹੋ ਕੇ ਕਿਹੜਾ ਕਲਰ ਦਿੱਤਾ? ਵਾਈਟ। ਇਸ ਹਿਸਾਬ ਨਾਲ ਉਸਨੇ ਪ੍ਰੂਫ ਕੀਤਾ ਕਿ ਜਿਹੜੀ ਵਾਈਟ ਲਾਈਟ ਹੈ ਉਹ 7 ਕੰਪੋਨੈਂਟ ਨਾਲ ਬਣੀ ਹੋਈ ਹੈ, ਰॉय जी BIV। ਜਾਂਦੀ ਵਾਰੀ ਐਕਸਪੈਰੀਮੈਂਟ ਨੂੰ ਥੋੜਾ ਜਿਹਾ ਹੋਰ ਕਲੋਜ਼ਲੀ ਵੇਖ ਲਓ। ਅਸੀਂ ਕੀਤਾ ਵਾਈਟ ਲਾਈਟ ਨੂੰ ਸਪਲਿਟ ਉਹਦੇ ਕੰਪੋਨੈਂਟਸ 'ਚ। ਵਾਈਟ ਲਾਈਟ ਜਾਂ ਸਨਲਾਈਟ ਨੂੰ 7 ਕਲਰ 'ਚ ਵਿਖਾਇਆ। ਬਟ ਇੱਥੇ ਤੁਸੀਂ ਗੌਰ ਕਰੋ, ਇੱਥੇ ਕੁਝ ਲਾਈਟ ਰਿਫਲੈਕਟ ਹੁੰਦੀ ਦਿਖ ਰਹੀ ਹੈ ਅੰਦਰ, ਇੱਥੇ ਵੀ ਕੁਝ ਰਿਫਲੈਕਸ਼ਨ ਹੋ ਰਹੀ ਹੈ। ਇਹ ਜਿਹੜੀ ਅੰਦਰੋਂ ਰਿਫਲੈਕਸ਼ਨ ਹੋ ਰਹੀ ਹੈ, ਇੱਥੇ ਕੋਈ ਸ਼ੀਸ਼ਾ ਤਾਂ ਨਹੀਂ ਲੱਗਾ, ਫਿਰ ਇਹ ਰਿਫਲੈਕਸ਼ਨ ਕਿਉਂ ਹੋਈ? ਇਹ ਤਾਂ ਪੂਰਾ ਟਰਾਂਸਪੇਰੈਂਟ ਸਰਫੇਸ ਹੈ। ਇਹਨੂੰ ਹੀ ਅਸੀਂ ਕਹਿੰਦੇ ਆ ਇੰਟਰਨਲ ਰਿਫਲੈਕਸ਼ਨ।
ਅੰਦਰੋਂ ਹੀ ਰਿਫਲੈਕਟ ਹੋ ਜਾਣਾ, ਜਦੋਂ ਕਿ ਸਰਫੇਸ ਜਿਹੜਾ ਹੈ ਉਹ ਰਿਫਲੈਕਟਿੰਗ ਨਹੀਂ ਹੈ, ਉਹ ਬਿਲਕੁਲ ਟਰਾਂਸਪੇਰੈਂਟ ਹੈ, ਫਿਰ ਵੀ ਕੁਝ ਲਾਈਟ ਜਿਹੜੀ ਹੈ ਉਹ ਰਿਫਲੈਕਟ ਹੋ ਰਹੀ ਹੈ। ਇਸੇ ਕਨਸੈਪਟ ਤੇ ਅਸੀਂ ਸਟਾਰਟ ਕਰਾਂਗੇ ਸਾਡਾ ਇੰਦਰਧਨੁਸ਼ ਦੀ ਚਰਚਾ ਆਪਣੇ ਅਗਲੇ ਵੀਡੀਓ 'ਚ।